BA second year. Beta today we are discussing about the important questions. ठीक है, इंपॉर्टेंट ਕੁਐਸਚਨਸ मैं ਤੁਹਾਨੂੰ ਦੱਸੂੰਗੀ ਤੇ ਤੁਸੀਂ ਨਾਲ ਦੀ ਨਾਲ ਭਾਈ ਚਾਹੇ ਟਿਕ ਮਾਰਕ ਕਰ ਲਿਓ ਜਾਂ ਨਾਲ ਦੀ ਨਾਲ ਜਿਹੜਾ ਹੈਗਾ ਚਾਹੇ ਤੁਸੀਂ ਇਹਨੂੰ ਜਿਹੜਾ ਹੈਗਾ ਲਿਖ ਲਓ। ਠੀਕ ਹੈ, ਤੁਹਾਡਾ ਬੇਟਾ ਫਰਸਟ ਚੈਪਟਰ ਹੈ ਬੇਸਿਕਸ ਫੀਚਰਸ ਆਫ ਇੰਡੀਅਨ ਕੌਨਸਟੀਟਿਊਸ਼ਨ ਹੈ ਨਾ। ਇਹਦੇ ਵਿੱਚ ਤੁਸੀਂ ਬੱਚੇ ਸਿਰਫ ਔਰ ਸਿਰਫ ਕੀ ਕਰਨਾ ਹੈ, ਇਹਦੀ ਬੇਸਿਕ ਫੀਚਰਸ ਯਾਦ ਕਰਨੀਆਂ ਨੇ। ਠੀਕ ਹੈ, ਬੇਸਿਕ ਫੀਚਰਸ ਜਿਹੜੀਆਂ ਹੈਗੀਆਂ ਉਹ ਤੁਹਾਡੀਆਂ ਇਹਦੇ ਵਿੱਚ ਮੇਰੇ ਖਿਆਲ 35 ਦਿੱਤੀਆਂ ਹੋਈਆਂ ਨੇ। ਯੂ ਕੈਨ ਲਰਨ ਐਨੀ 18 ਹੈ ਨਾ, 18 ਲਰਨ ਕਰਨੀਆਂ ਨੇ। ਠੀਕ ਹੈ, ਤੁਸੀਂ ਪਹਿਲਾ ਕੁਐਸਚਨ ਤੁਹਾਡਾ ਇਹ ਹੋ ਗਿਆ ਯੂਨਿਟ 1 ਦਾ ਪਹਿਲਾ ਕੁਐਸਚਨ ਹੈ ਤੁਹਾਡਾ ਬੇਸਿਕ ਫੀਚਰਸ ਆਫ ਇੰਡੀਅਨ ਕੌਨਸਟੀਟਿਊਸ਼ਨ। ਅਗਰ ਮੈਂ ਪੰਜਾਬੀ ਦੀ ਗੱਲ ਕਰਾਂ ਤਾਂ ਸੰਵਿਧਾਨਿਕ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਪਹਿਲਾ ਤੁਹਾਡਾ ਚੈਪਟਰ ਹੈ। ਠੀਕ ਹੈ, ਇਹਦਾ ਪਹਿਲਾ ਇਹੀ ਕੁਐਸਚਨ ਤੁਸੀਂ ਲਰਨ ਕਰਨਾ, ਇੰਪੋਰਟੈਂਟ ਕੁਐਸਚਨ। ਉਸ ਤੋਂ ਬਾਅਦ ਆਉਂਦੀ ਹੈ ਬੱਚੇ ਕਿ ਪ੍ਰੀਐਂਬਲ, ਸੈਕਿੰਡ ਚੈਪਟਰ ਤੁਹਾਡਾ ਆਉਂਦਾ ਹੈ ਪ੍ਰੀਐਂਬਲ ਦਾ ਹੈ ਨਾ। ਇਹਦੇ ਵਿੱਚ ਤੁਸੀਂ ਲਿਖੋਗੇ ਪ੍ਰੀਐਂਬਲ ਕੀ ਹੈ, ਪ੍ਰੀਐਂਬਲ ਜਿਹੜੀ ਹੈਗੀ ਹੈ ਉਹ ਇਹਨੂੰ ਕਦੋਂ ਅਡੋਪਟ ਕੀਤਾ ਗਿਆ, ਇਹਦੀ ਕੀ ਟੈਕਸਟ ਹੈਗਾ ਆ। ਠੀਕ ਹੈ, ਔਰ ਇਹਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਨੇ। ਠੀਕ ਹੈ, ਇੱਕ ਕੁਐਸਚਨ ਇਹ ਹੋ ਗਿਆ ਔਰ ਇਹਦਾ ਨੇਚਰ ਕੀ ਹੈ। ਠੀਕ ਹੈ, ਇੱਕ ਕੁਐਸਚਨ ਤੁਹਾਡਾ ਇਹ ਹੋ ਗਿਆ। ਠੀਕ ਹੈ, ਕਿ ਪ੍ਰਸਤਾਵਨਾ ਦਾ ਕੀ ਅਰਥ ਹੈ, ਇਸ ਦਾ ਮੂਲ ਰੂਪ ਕੀ ਹੈ ਅਤੇ ਪ੍ਰਸਤਾਵਨਾ ਦੀਆਂ ਵਿਸ਼ੇਸ਼ਤਾਵਾਂ ਅਤੇ ਇਹਦਾ ਕ੍ਰਿਟਿਸਿਜ਼ਮ ਹੈ। ਠੀਕ ਹੈ, ਔਰ ਇਹਦਾ ਦੂਸਰਾ ਕੁਐਸਚਨ ਬਣੇਗਾ ਕਿ ਪ੍ਰਸਤਾਵਨਾ ਜਿਹੜੀ ਹੈਗੀ ਹੈ ਅਕੋਰਡਿੰਗ ਟੂ ਪ੍ਰਸਤਾਵਨਾ ਰਾਜ ਦਾ ਸਰੂਪ ਕਿਹੋ ਜਿਹਾ ਹੈ। ਠੀਕ ਹੈ, ਪ੍ਰਸਤਾਵਨਾ ਦੇ ਅਕੋਰਡਿੰਗਲੀ ਰਾਜ ਦਾ ਸਰੂਪ ਜਿਹੜਾ ਹੈਗਾ ਉਹ ਕਿਹੋ ਜਿਹਾ ਹੈ। ਸਮਝ ਆ ਗਈ, ਇਹ ਦੂਸਰਾ ਕੁਐਸਚਨ ਹੈ। ਹੁਣ ਆ ਜਾਓ ਬੇਟਾ ਤੀਸਰੇ ਕੁਐਸਚਨਸ 'ਤੇ, ਤੀਸਰਾ ਜਿਹੜਾ ਚੈਪਟਰ ਹੈ। ਠੀਕ ਹੈ, ਚੈਪਟਰ ਨੰਬਰ 3 ਦੇ ਵਿੱਚ ਤੁਹਾਨੂੰ ਦਿੱਤਾ ਗਿਆ ਹੈ ਕਿ ਭਾਰਤੀ ਸੰਵਿਧਾਨ ਦੀਆਂ ਸੰਘਾਤਮਕ ਅਤੇ ਏਕਾਤਮਕ ਵਿਸ਼ੇਸ਼ਤਾਵਾਂ। ਠੀਕ ਹੈ, ਸੰਘਾਤਮਕ ਅਤੇ ਏਕਾਤਮਕ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲਾਂ ਤੁਸੀਂ ਲਿਖੋਗੇ ਕਿ ਭਾਰਤੀ ਸੰਵਿਧਾਨ ਦੇ ਵਿੱਚ ਸੰਘਾਤਮਕ ਸ਼ਬਦ ਦਾ ਕੀ ਮਤਲਬ, ਸੰਘਾਤਮਕ ਸ਼ਬਦ ਕੀ ਹੈ, ਇਸ ਦਾ ਮੀਨਿੰਗ ਔਰ ਇਹਦੀਆਂ ਫੀਚਰਸ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਲਿਖੋਗੇ ਕਿ ਮਤਲਬ ਕਿ ਏਕਾਤਮਕ ਵਿਸ਼ੇਸ਼ਤਾਵਾਂ ਕਿਹੜੀਆਂ ਨੇ ਭਾਰਤੀ ਸੰਵਿਧਾਨ ਦੀਆਂ, ਉਹਦਾ ਮੀਨਿੰਗ ਕੀ ਹੈ ਅਤੇ ਇਹਦਾ ਫੀਚਰਸ ਕੀ ਨੇ। ਠੀਕ ਹੈ, ਇਹ ਦੋਨੋਂ ਅਲੱਗ-ਅਲੱਗ ਕੁਐਸਚਨ ਬਣਨਗੇ ਇਸ ਚੈਪਟਰ ਦੇ ਵਿੱਚ ਤੁਹਾਡੇ ਲੌਂਗ। ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਫੋਰਥ ਚੈਪਟਰ ਆਉਂਦਾ ਹੈ ਜੀ, ਫੋਰਥ ਚੈਪਟਰ ਆਉਂਦਾ ਸੈਂਟਰ ਸਟੇਟ ਰਿਲੇਸ਼ਨਸ਼ਿਪ। ਇਹ ਪੂਰਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਸੈਂਟਰ ਅਤੇ ਸਟੇਟ ਰਿਲੇਸ਼ਨਸ਼ਿਪ ਕਿਹੋ ਨੇ, ਰਾਜ ਅਤੇ ਕੇਂਦਰ ਦੇ ਵਿਚਕਾਰ ਸੰਬੰਧ ਕਿਹੋ ਜਿਹੇ ਨੇ, ਇਹ ਪੂਰਾ ਤੁਹਾਡਾ ਕੁਐਸਚਨ ਬਣੇਗਾ। ਠੀਕ ਹੈ, ਇੱਕੋ ਹੀ ਕੁਐਸਚਨ ਬਣੇਗਾ ਬੇਟਾ ਇਹਦੇ ਵਿੱਚ। ਠੀਕ ਹੈ, ਔਰ ਇਹਦੇ ਵਿੱਚ ਕ੍ਰਿਟਿਸਿਜ਼ਮ ਵੀ ਸਾਰਾ ਆਊਗਾ। ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਆਉਂਦਾ ਹੈ ਜੀ ਫੰਡਾਮੈਂਟਲ ਰਾਈਟਸ ਵਾਲਾ ਚੈਪਟਰ। ਵਾਟ ਡੂ ਯੂ ਮੀਨ ਬਾਈ ਦੀ ਫੰਡਾਮੈਂਟਲ ਰਾਈਟਸ, ਕਿਹੜੇ ਰਾਈਟਸ ਨੇ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ, ਇਹਨਾਂ ਦਾ ਕੀ ਅਰਥ ਹੈਗਾ। ਇਹ ਪੂਰਾ ਦਾ ਪੂਰਾ ਚੈਪਟਰ ਤੁਸੀਂ ਕਰੋਗੇ ਚੈਪਟਰ ਨੰਬਰ 5। ਇਹਦੇ ਵਿੱਚ ਤੁਹਾਡੇ 2 ਕੁਐਸਚਨਸ ਬਣਨਗੇ ਕਿ ਫੰਡਾਮੈਂਟਲ ਰਾਈਟਸ ਕੀ ਨੇ, ਫੰਡਾਮੈਂਟਲ ਰਾਈਟਸ ਦਾ ਨੇਚਰ ਕਿਹੋ ਜਿਹਾ ਹੈ, ਇਹਨਾਂ ਨੂੰ ਸੰਵਿਧਾਨ ਦੇ ਵਿੱਚ ਕਿਉਂ ਇਨਕਲੂਡ ਕੀਤਾ ਗਿਆ, ਇੱਕ ਕੁਐਸਚਨ ਇਹ ਬਣੂਗਾ। ਦੂਸਰਾ ਕਿ ਐਕਸਪਲੇਨੇਸ਼ਨ ਆਫ ਦੀ ਫੰਡਾਮੈਂਟਲ ਰਾਈਟਸ ਗਿਵਨ ਇਨ ਦ ਇੰਡੀਅਨ ਕੌਨਸਟੀਟਿਊਸ਼ਨ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਹੈ ਬੱਚੇ ਤੁਹਾਡਾ ਰਾਈਟ ਆਫ ਡਿਊਟੀਜ਼ ਹੈ ਨਾ, ਰਾਈਟ ਟੂ ਇਨਫੋਰਮੇਸ਼ਨ। ਇਹ ਤੁਹਾਡਾ 2 ਮਾਰਕਸ ਦੇ ਵਿੱਚ ਆ ਸਕਦਾ ਕੁਐਸਚਨ ਰਾਈਟ ਟੂ ਇਨਫੋਰਮੇਸ਼ਨ ਦਾ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਹੈ ਤੁਹਾਡਾ ਫੰਡਾਮੈਂਟਲ ਡਿਊਟੀਜ਼। ਇਹਦੇ ਵਿੱਚ ਤੁਸੀਂ ਕਹੋਗੇ ਵਾਟ ਡੂ ਯੂ ਮੀਨ ਬਾਈ ਦੀ ਫੰਡਾਮੈਂਟਲ ਡਿਊਟੀਜ਼, ਮੌਲਿਕ ਕਰਤੱਵ ਕੀ ਹੁੰਦੇ ਨੇ ਅਤੇ ਮੌਲਿਕ ਕਰਤੱਵ ਜਿਹੜੇ ਹੈਗੇ ਨੇ ਉਹ ਕਿੰਨੇ ਤਰ੍ਹਾਂ ਦੇ ਨੇ, 10 ਤਰ੍ਹਾਂ ਦੇ ਨੇ। ਔਰ ਇਹਦੇ ਵਿੱਚ ਇੱਕ ਕੁਐਸਚਨ ਹੋਰ ਵੀ ਲਿਖਣਾ ਤੁਸੀਂ ਕਿ ਵਾਟ ਇਜ਼ ਦ ਰਿਲੇਸ਼ਨਸ਼ਿਪ ਬਿਟਵੀਨ ਫੰਡਾਮੈਂਟਲ ਰਾਈਟਸ ਐਂਡ ਡਿਊਟੀਜ਼, ਕਿ ਮੌਲਿਕ ਅਧਿਕਾਰ ਅਤੇ ਕਰਤੱਵਿਆਂ ਦੇ ਵਿੱਚ ਕਿਹੋ ਜਿਹੇ ਸੰਬੰਧ ਜਿਹੜੇ ਹੈਗੇ ਨੇ ਉਹ ਪਾਏ ਜਾਂਦੇ ਨੇ। ਠੀਕ ਹੈ, ਉਸ ਤੋਂ ਬਾਅਦ ਹੈ ਡਾਇਰੈਕਟਿਵ ਪ੍ਰਿੰਸੀਪਲਸ ਆਫ ਦੀ ਸਟੇਟ ਪੋਲਿਸੀ। ਇਹਨਾਂ ਦਾ ਮੀਨਿੰਗ ਕੀ, ਡਾਇਰੈਕਟਿਵ ਪ੍ਰਿੰਸੀਪਲ ਆਫ ਦੀ ਸਟੇਟ ਪੋਲਿਸੀਜ਼ ਦਾ ਮੀਨਿੰਗ ਕੀ ਹੈ, ਭਾਰਤ ਦੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਕੀ ਅਰਥ ਹੈਗਾ। ਠੀਕ ਹੈ, ਇਹਨਾਂ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਨੇ ਔਰ ਕਿਹੜੇ ਨੇ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਦਿੱਤੇ ਗਏ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਆਉਂਦਾ ਹੈ ਜੀ ਇਹਦੇ ਵਿੱਚ ਤੁਸੀਂ ਇਹ ਵੀ ਕਰੋਗੇ ਵਾਟ ਇਜ਼ ਦ ਡਿਫਰੈਂਸ ਬਿਟਵੀਨ ਫੰਡਾਮੈਂਟਲ ਰਾਈਟਸ ਐਂਡ ਡਾਇਰੈਕਟਿਵ ਪ੍ਰਿੰਸੀਪਲ, ਕਿ ਜਿਹੜਾ ਹੈਗਾ ਮੌਲਿਕ ਅਧਿਕਾਰ ਅਤੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਕੀ ਅਰਥ ਹੈ ਜਾਂ ਕੀ ਜਿਹੜਾ ਹੈਗਾ ਇਹ ਅੰਤਰ ਹੈ, ਇਹਨਾਂ ਦੇ ਵਿੱਚ ਟੈਂਸ਼ਨ ਕਿਸ ਚੀਜ਼ ਦੀ ਹੈਗੀ ਹੈ। ਠੀਕ ਹੈ, ਬਸ ਇਹ ਵਾਲਾ ਕੁਐਸਚਨ ਤੁਸੀਂ ਕਰੋਗੇ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਆਫਿਸ ਆਫ ਦੀ ਪ੍ਰੈਜ਼ੀਡੈਂਟ। ਇਹਦੇ ਵਿੱਚ ਤੁਸੀਂ ਪੂਰਾ ਦਾ ਪੂਰਾ ਚੈਪਟਰ ਇਨਕਲੂਡ ਹੈ ਵਾਟ ਇਜ਼ ਦਾ ਕੰਪੋਜੀਸ਼ਨ ਆਫ ਜਿਹੜਾ ਹੈਗਾ ਪ੍ਰੈਜ਼ੀਡੈਂਟ, ਇਹਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਦੀਆਂ ਕਿਹੜੀਆਂ ਪਾਵਰਸ ਨੇ, ਕਿਹੜੀਆਂ ਪਾਵਰਸ ਯੂਜ਼ ਕਰ ਸਕਦਾ ਹੈ। ਇਹਦੇ ਵਿੱਚ ਇਹ ਵੀ ਕੁਐਸਚਨ ਆਏਗਾ ਇਜ਼ ਪ੍ਰੈਜ਼ੀਡੈਂਟ ਬਿਕੇਮ ਦੀ ਡਿਕਟੇਟਰਸ਼ਿਪ ਔਰ ਨਾਟ, ਜਾਂ
ਭਾਰਤ ਦਾ ਰਾਸ਼ਟਰਪਤੀ ਤਾਨਾਸ਼ਾਹ ਬਣ ਸਕਦਾ ਹੈ ਜਾਂ ਨਹੀਂ, ਤਾਂ ਉਹਦੇ ਉੱਤੇ ਕਿਹੜੀਆਂ ਕਿਹੜੀਆਂ ਲਿਮਿਟੇਸ਼ਨਸ ਨੇ, ਇਹ ਆਏਗਾ ਚੈਪਟਰ ਨੰਬਰ 8 ਦੇ ਵਿੱਚ, ਯੂਨਿਟ 3 ਦੇ ਵਿੱਚ। ਉਸ ਤੋਂ ਬਾਅਦ ਹੈ ਪਾਰਲੀਮੈਂਟ। ਸੰਸਦ ਕੀ ਹੈ, ਸੰਸਦ ਦੀ ਕੀ ਕੰਪੋਜੀਸ਼ਨ ਨੇ, ਸੰਸਦ ਦੀਆਂ ਕਿਹੜੀਆਂ ਕਿਹੜੀਆਂ ਪਾਵਰਸ ਨੇ ਔਰ ਇਹਨਾਂ ਦਾ ਰੋਲ ਕੀ ਹੈ, ਕੀ ਭੂਮਿਕਾ ਅਦਾ ਕਰਦੇ ਨੇ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਹੈ ਜੀ ਕੈਬਨਿਟ। ਕੈਬਨਿਟ ਦੇ ਵਿੱਚ ਤੁਸੀਂ ਕਰੋਗੇ ਕਿ ਕੈਬਨਿਟ ਦੀਆਂ ਪਾਰਲੀਮੈਂਟਰੀ ਫੀਚਰਸ ਕਿਹੜੀਆਂ ਨੇ। ਫਿਰ ਪ੍ਰਾਈਮ ਮਿਨਿਸਟਰ ਆ ਗਿਆ, ਪ੍ਰਾਈਮ ਮਿਨਿਸਟਰ ਦੇ ਇਲੈਕਸ਼ਨਸ ਕਿਹੜੇ ਕਿਹੜੇ ਨੇ, ਕਿਸ ਤਰ੍ਹਾਂ ਹੁੰਦੇ ਨੇ, ਪਾਵਰਸ ਕੀ ਕੀ ਨੇ, ਪੋਜੀਸ਼ਨਸ ਕੀ ਕੀ ਹੈ ਔਰ ਇਹਦਾ ਚੇਂਜਿੰਗ ਰੋਲ ਕੀ ਹੈ, ਇਹਦੇ ਵਿੱਚ ਇਹ ਇੰਪੋਰਟੈਂਟ ਕੁਐਸਚਨ ਹੈ। ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਕੰਪੋਜੀਸ਼ਨ ਕੀ ਹੈ, ਪਾਵਰਸ ਕਿਹੜੀਆਂ ਕਿਹੜੀਆਂ ਨੇ, ਅਤੇ ਵਾਟ ਡੂ ਯੂ ਮੀਨ ਬਾਈ ਦੀ ਜੁਡੀਸ਼ੀਅਲ ਰਿਵਿਊ। ਸੇਮ ਜੋ ਤੁਸੀਂ 3rd 'ਚ ਕਰੋਗੇ ਉਹੀ ਤੁਸੀਂ ਯੂਨਿਟ 4th 'ਚ ਕਰਨਾ ਹੈ, ਠੀਕ ਹੈ। ਯੂਨਿਟ ਨੰਬਰ 4 ਆ ਗਿਆ ਜਿਹੜਾ, ਉਹਦੇ ਵਿੱਚ ਕਰਨਾ ਹੈ। ਯੂਨਿਟ ਨੰਬਰ 4, ਠੀਕ ਹੈ। ਯੂਨਿਟ ਨੰਬਰ 4 ਦੇ ਵਿੱਚ ਵੀ ਤੁਸੀਂ ਉਹੀ ਕਰੋਗੇ ਕਿ ਇਹਦੇ ਵਿੱਚ ਜਿੱਥੇ ਆਪਾਂ ਪ੍ਰੈਜ਼ੈਂਟ ਕੀਤਾ ਸੀ ਇੱਥੇ ਗਵਰਨਰ ਆ ਜਾਏਗਾ। ਇਹ ਦੇਖੋ ਗਵਰਨਰ ਦੀ ਅਪੁਆਇੰਟਮੈਂਟ ਕਿਵੇਂ ਹੁੰਦੀ ਹੈ, ਇਹਦੀਆਂ ਪਾਵਰਸ ਕੀ ਨੇ ਔਰ ਇਹਦਾ ਭੂਮਿਕਾ ਕੀ ਹੈ। ਉਸ ਤੋਂ ਬਾਅਦ ਸਟੇਟ ਲੈਜਿਸਲੇਚਰ, ਮੰਤਰੀ ਮੰਡਲ ਕੀ ਹੈ, ਇਹਦੀ ਕੀ ਕੰਪੋਜੀਸ਼ਨ ਹੈ, ਪਾਵਰਸ ਹੈ, ਰੋਲ ਆਫ ਲੈਜਿਸਲੇਚਰ ਅਸੈਂਬਲੀ, ਵਿਧਾਨ ਸਭਾ ਦਾ ਅਤੇ ਵਿਧਾਨ ਪਰਿਸ਼ਦ ਦਾ ਕੀ ਕੀ ਰੋਲ ਹੈ, ਕਾਊਂਸਲਸ ਆਫ ਮਿਨਿਸਟਰ ਅਤੇ ਚੀਫ ਮਿਨਿਸਟਰ ਦੇ ਕਿਹੜੇ ਕਿਹੜੇ ਕੰਮ ਨੇ, ਕਿਵੇਂ ਦੀ ਇਲੈਕਸ਼ਨ ਹੁੰਦੀ ਹੈ, ਕਿਵੇਂ ਕਿਹੜੀਆਂ ਪਾਵਰਸ ਨੇ, ਪੋਜੀਸ਼ਨ ਹੈ ਅਤੇ ਇਹਦੀ ਭੂਮਿਕਾ ਕੀ ਹੈ। ਹਾਈ ਕੋਰਟ ਦਾ ਕੀ ਕੰਪੋਜੀਸ਼ਨ ਹੈ, ਪਾਵਰਸ ਨੇ ਅਤੇ ਇਹਦਾ ਰੋਲ ਹੈ। ਇਹ ਸਾਰੇ ਹੀ ਇੰਪੋਰਟੈਂਟ ਕੁਐਸਚਨਸ ਜਿਹੜੇ ਮੈਂ ਤੁਹਾਨੂੰ ਹੁਣੀ ਦੱਸੇ ਹੈ, ਯੂਨਿਟ ਵਾਈਜ਼ ਤੁਸੀਂ ਯੂਨਿਟ ਦੇ ਵਿੱਚ, ਇੱਕ ਯੂਨਿਟ ਦੇ ਵਿੱਚ ਕਿੰਨੇ ਕੁਐਸਚਨਸ ਆਉਂਦੇ ਨੇ, ਇਹ ਸਾਰੇ ਹੀ ਤੁਸੀਂ ਮੈਨੂੰ ਲਿਖ ਕੇ ਸੈਂਡ ਕਰੋ ਔਰ ਮੈਂ ਤੁਹਾਡੇ ਅੱਜ ਚੈੱਕ ਕਰਕੇ ਦੱਸੂੰਗੀ ਕਿ ਕਿਹੜੇ ਬੱਚੇ ਦੀ ਪ੍ਰੋਬਲਮ ਕੀ ਹੈ, ਠੀਕ ਹੈ। ਇੰਪੋਰਟੈਂਟ ਕੁਐਸਚਨਸ ਤੁਸੀਂ ਮੈਨੂੰ ਲਿਖ ਕੇ ਹੁਣੀ ਸੈਂਡ ਕਰੋ, ਓਕੇ, ਜੋ ਮੈਂ ਹੁਣੀ ਤੁਹਾਨੂੰ ਦੱਸੇ ਆ।